ਹੈਲੋ ਫਰੈਂਡਸ, ਸਾਡੇ ਇਸ YouTube ਚੈਨਲ ਦੀ ਸਟੱਡੀ ਮੀਟਰ 'ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਪੋਸਟਾਂ ਦੀ ਭਰਤੀ ਲਈ ਐਗਜ਼ਾਮ ਹੋਣ ਜਾ ਰਿਹਾ ਹੈ, ਤਾਂ ਮੈਂ ਇਸ ਐਗਜ਼ਾਮ ਦਾ ਜੋ ਵੈਬਸਾਈਟ 'ਤੇ ਸਿਲੇਬਸ ਅਪਲੋਡ ਕੀਤਾ ਗਿਆ ਹੈ ਉਸ ਅਕੋਰਡਿੰਗ ਕੁਆਂਟੀਟਿਵ ਐਬਿਲਿਟੀ ਦੀਆਂ ਵੀਡੀਓ ਸਟਾਰਟ ਕਰਨ ਜਾ ਰਹੀ ਹਾਂ। ਪਟਵਾਰੀ ਤੇ ਜ਼ਿਲ੍ਹੇਦਾਰ ਦਾ ਜੋ ਐਗਜ਼ਾਮ ਹੋਏਗਾ ਉਸ ਦੇ ਵਿੱਚ 30 ਮਾਰਕਸ ਦਾ ਕੁਆਂਟੀਟਿਵ ਐਬਿਲਿਟੀ ਦਾ ਪੋਰਸ਼ਨ ਹੋਏਗਾ। ਤਾਂ ਕੁਆਂਟੀਟਿਵ ਐਬਿਲਿਟੀ ਦੀਆਂ ਵੀਡੀਓਜ਼ ਦੀ ਜੋ ਸੀਰੀਜ਼ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਉਹ 30 ਮਾਰਕਸ ਦਾ ਪੋਰਸ਼ਨ ਕਵਰ ਕਰਨ ਦੇ ਵਿੱਚ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ। ਉਸੇ ਤਰ੍ਹਾਂ ਹੀ ਮੈਂਟਲ ਐਬਿਲਿਟੀ ਦੀਆਂ ਵੀਡੀਓਜ਼ ਦੀ ਸੀਰੀਜ਼ ਆਪਾਂ ਆਲਰੇਡੀ ਸਟਾਰਟ ਕੀਤੀ ਹੋਈ ਹੈ, ਜੋ ਕਿ 15 ਮਾਰਕਸ ਦਾ ਪੋਰਸ਼ਨ ਤੁਹਾਡਾ ਉਹਦੇ ਨਾਲ ਕਵਰ ਹੋ ਜਾਏਗਾ। ਇਹਨਾਂ ਵੀਡੀਓਜ਼ ਦੇ ਵਿੱਚ ਹਰ ਟਾਈਪ ਦੇ ਕੁਐਸਚਨਸ ਕਵਰ ਕਰਵਾਏ ਜਾਣਗੇ। ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਤੁਸੀਂ ਇਹ ਵੀਡੀਓਜ਼ ਦੇਖਦੇ ਹੋਏ ਕਾਪੀ ਪੈਨ ਨਾਲ ਲੈ ਲਓ ਅਤੇ ਨਾਲ ਕੁਐਸਚਨ ਸੋਲਵ ਕਰੋ, ਤਾਂ ਜੋ ਤੁਹਾਡੀ ਨਾਲ ਪ੍ਰੈਕਟਿਸ ਵੀ ਹੋ ਜਾਏ। ਤਾਂ ਇਸ ਵੀਡੀਓ ਵਿੱਚ ਆਪਾਂ ਸਿਲੇਬਸ ਵਿੱਚ ਦਿੱਤੇ ਅਨੁਸਾਰ ਮੈਂਜ਼ੂਰੇਸ਼ਨ ਆਫ ਰੈਕਟੈਂਗਲਸ ਦੇ ਕੁਐਸਚਨਸ ਕਰਾਂਗੇ। ਤਾਂ ਆਪਾਂ ਹੁਣ ਸਟਾਰਟ ਕਰਦੇ ਹਾਂ ਇਹ ਵੀਡੀਓ। ਦੇਖੋ, ਫਸਟ ਕੁਐਸਚਨ ਹੈ, ਆਪਾਂ ਨੂੰ ਲੈਂਥ ਆਫ ਰੈਕਟੈਂਗਲ ਦਿੱਤੀ ਹੋਈ ਹੈ 5 ਸੈਂਟੀਮੀਟਰ, ਬ੍ਰੈਥ ਆਪਾਂ ਨੂੰ ਦਿੱਤੀ ਹੋਈ ਹੈ 4 ਸੈਂਟੀਮੀਟਰ ਤੇ ਆਪਾਂ ਨੇ ਏਰੀਆ ਫਾਈਂਡ ਕਰਨਾ ਹੈ ਰੈਕਟੈਂਗਲ ਦਾ। ਤਾਂ ਦੇਖੋ, ਏਰੀਆ ਕੀ ਹੁੰਦਾ ਰੈਕਟੈਂਗਲ ਦਾ? ਏਰੀਆ ਆਫ ਰੈਕਟੈਂਗਲ ਇਜ਼ ਇਕੁਅਲ ਟੂ ਲੈਂਥ ਇਨਟੂ ਬ੍ਰੈਥ। ਠੀਕ ਹੈ, ਹੁਣ ਦੇਖੋ ਆਪਾਂ ਨੂੰ ਲੈਂਥ ਦਿੱਤੀ ਹੋਈ ਹੈ, ਬ੍ਰੈਥ ਦਿੱਤੀ ਹੋਈ ਹੈ, ਤਾਂ ਆਪਾਂ ਏਰੀਆ ਫਾਈਂਡ ਕਰ ਸਕਦੇ ਹਾਂ। ਲੈਂਥ ਹੈਗੀ ਹੈ 5, ਬ੍ਰੈਥ ਹੈਗੀ ਹੈ 4, ਤਾਂ ਏਰੀਆ ਆਪਣੇ ਕੋਲ ਕੀ ਆ ਗਿਆ? 20 ਸਕੁਅਰ ਸੈਂਟੀਮੀਟਰ। ਠੀਕ ਹੈ, ਤਾਂ ਆਪਣੇ ਕੋਲ ਇਸ ਦਾ ਆ ਗਿਆ 20 ਸਕੁਅਰ ਸੈਂਟੀਮੀਟਰ। ਨੈਕਸਟ ਦੇਖੋ ਕੀ ਹੈ, ਇਸ ਦੇ ਵਿੱਚ ਕੀ ਦਿੱਤਾ ਹੋਇਆ ਹੈ? ਜੇ ਆਪਾਂ ਨੂੰ ਏਰੀਆ ਦਿੱਤਾ ਹੋਇਆ ਹੈ 20 ਸਕੁਅਰ ਸੈਂਟੀਮੀਟਰ, ਹੁਣ ਆਪਾਂ ਨੂੰ ਕੀ ਹੈ? ਏਰੀਆ ਦਿੱਤਾ 20 ਸਕੁਅਰ ਸੈਂਟੀਮੀਟਰ। ਲੈਂਥ ਆਪਾਂ ਨੂੰ ਦਿੱਤੀ ਹੋਈ ਹੈ 5 ਸੈਂਟੀਮੀਟਰ ਤੇ ਬ੍ਰੈਥ ਆਪਾਂ ਨੇ ਫਾਈਂਡ ਕਰਨੀ ਹੈ। ਤਾਂ ਦੇਖੋ, ਆਪਾਂ ਇਸ ਫਾਰਮੂਲਾ ਦੇ ਵਿੱਚ ਭਰਾਂਗੇ ਏਰੀਆ ਆਫ ਰੈਕਟੈਂਗਲ ਆ ਗਿਆ 20, ਲੈਂਥ ਆਪਾਂ ਨੂੰ ਦਿੱਤੀ ਹੋਈ ਹੈ 5 ਤੇ ਬ੍ਰੈਥ ਆਪਾਂ ਨੇ ਫਾਈਂਡ ਕਰਨੀ ਹੈ। ਤਾਂ ਆਪਣੇ ਕੋਲ ਬ੍ਰੈਥ ਕਿੰਨੀ ਆ ਗਈ? 20/5 ਜੋ ਹੋ ਗਈ 4 ਸੈਂਟੀਮੀਟਰ। ਠੀਕ ਹੈ, ਨੈਕਸਟ ਦੇਖੋ, ਆਪਾਂ ਨੂੰ ਏਰੀਆ ਦੇਤਾ ਇਸ ਦੇ ਵਿੱਚ, ਬ੍ਰੈਥ ਦੇ ਦੀ ਤੇ ਆਪਾਂ ਨੇ ਲੈਂਥ ਫਾਈਂਡ ਕਰਨੀ ਹੈ। ਉਵੇਂ ਹੀ ਆਪਾਂ ਇਸ ਫਾਰਮੂਲਾ ਦੇ ਵਿੱਚ ਭਰਾਂਗੇ ਵੈਲਿਊਜ਼। ਤਾਂ ਦੇਖੋ, 20 ਸਕੁਅਰ ਸੈਂਟੀਮੀਟਰ ਆਪਾਂ ਨੂੰ ਏਰੀਆ ਦਿੱਤਾ ਹੋਇਆ ਹੈ ਇਜ਼ ਇਕੁਅਲ ਟੂ ਲੈਂਥ ਆਪਾਂ ਨੂੰ ਨਹੀਂ ਦਿੱਤੀ ਹੋਈ, ਬ੍ਰੈਥ ਆਪਾਂ ਨੂੰ ਦਿੱਤੀ ਹੋਈ ਹੈ 4 ਸੈਂਟੀਮੀਟਰ। ਤਾਂ ਦੇਖੋ ਲੈਂਥ ਕਿੰਨੀ ਆ ਗਈ? ਲੈਂਥ ਇਜ਼ ਇਕੁਅਲ ਟੂ 20/4। ਤਾਂ ਇਹ ਕਿੰਨੀ ਆ ਗਈ? 5 ਸੈਂਟੀਮੀਟਰ। ਠੀਕ ਹੈ, ਤਾਂ ਦੇਖੋ ਇਸ ਦੇ ਵਿੱਚ ਇਹਦਾ ਆਨਸਰ ਆ ਗਿਆ 4 ਸੈਂਟੀਮੀਟਰ ਤੇ ਇਹਦਾ ਆਨਸਰ ਆ ਗਿਆ 5 ਸੈਂਟੀਮੀਟਰ। ਠੀਕ ਹੈ, ਇਹ ਜਸਟ ਤੁਹਾਨੂੰ ਫਾਰਮੂਲਾ ਦੱਸਣ ਲਈ ਹੀ ਸੀ ਕਿ ਏਰੀਆ ਆਫ ਰੈਕਟੈਂਗਲ ਦਾ ਕੀ ਫਾਰਮੂਲਾ ਹੁੰਦਾ। ਹੁਣ ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਦੇ ਵਿੱਚ ਕੀ ਹੈ? ਦ ਲੈਂਥ ਐਂਡ ਬ੍ਰੈਥ ਆਫ ਰੈਕਟੈਂਗੂਲਰ ਫੀਲਡ ਆਰ ਇਨ ਰੇਸ਼ੋ 5/4 ਇਫ ਦ ਪੈਰਾਮੀਟਰ ਇਜ਼ 74 ਮੀਟਰ, ਇਟਸ ਲੈਂਥ ਇਨ ਮੀਟਰਸ ਇਜ਼। ਹੁਣ ਆਪਾਂ ਨੂੰ ਕੀ ਦਿੱਤਾ ਹੋਇਆ ਹੈ? ਦੇਖੋ, ਰੈਕਟੈਂਗਲ ਕੀ ਹੁੰਦੀ ਹੈ? ਇਸ ਤਰ੍ਹਾਂ ਹੁੰਦੀ ਹੈ। ਹੁਣ ਆਪਾਂ ਨੂੰ ਇਹਦੀ ਸਾਈਡਸ ਦੀ ਰੇਸ਼ੋ ਕਿੰਨੀ ਦਿੱਤੀ ਹੋਈ ਹੈ? 5/4। 5/4 ਹੈ, ਇਸ ਦਾ ਮਤਲਬ ਕੀ ਹੈ ਕਿ ਆਪਾਂ ਅਜ਼ਿਊਮ ਕਰ ਲੈਂਦੇ ਹਾਂ ਕਿ ਆਪਣੇ ਕੋਲ ਲੈਂਥ ਹੈਗੀ ਹੈ 5x ਤੇ ਬ੍ਰੈਥ ਹੈਗੀ ਹੈ 4x। ਲੈਂਥ ਆਪਣੇ ਕੋਲ ਆ ਗਈ 5x ਤੇ ਬ੍ਰੈਥ ਹੋ ਗਈ 4x। ਹੁਣ ਦੇਖੋ, ਜੇ ਆਹ 5x ਹੈ ਤਾਂ ਆਹ ਵੀ ਆਪਣੇ ਕੋਲ 5x ਹੋ ਗਈ। ਜੇ ਆਹ 4x ਹੈ ਤਾਂ ਇਹਦੇ ਸਾਹਮਣੇ ਵਾਲੀ ਵੀ 4x ਹੋ ਗਈ। ਤਾਂ ਆਪਾਂ ਨੂੰ ਸਾਰੀਆਂ ਸਾਈਡਸ ਪਤਾ ਲੱਗ ਗਈਆਂ। ਹੁਣ ਦੇਖੋ, ਪੈਰਾਮੀਟਰ ਕੀ ਹੁੰਦਾ ਹੈ? ਪੈਰਾਮੀਟਰ ਆਫ ਰੈਕਟੈਂਗਲ ਕੀ ਹੁੰਦੀ ਹੈ? ਪੈਰਾਮੀਟਰ ਆਫ ਰੈਕਟੈਂਗਲ ਹੁੰਦਾ ਹੈ ਜੇ ਆਪਾਂ ਸਾਰੀਆਂ ਸਾਈਡਸ ਦਾ ਪਲੱਸ ਕਰ ਦਈਏ। ਮਤਲਬ ਕਿਸੇ ਵੀ ਸ਼ੇਪ ਦਾ ਪੈਰਾਮੀਟਰ ਕੀ ਹੁੰਦਾ ਹੈ? ਜਦੋਂ ਆਪਾਂ ਉਸਦੀਆਂ ਸਾਰੀਆਂ ਸਾਈਡਸ, ਮਤਲਬ ਆਪਾਂ ਉਸਦੀ ਬਾਉਂਡਰੀ ਮੈਜ਼ਰ ਕਰ ਲਈਏ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੈਰਾਮੀਟਰ ਕਿੰਨਾ ਹੈ। ਤਾਂ ਹੁਣ ਦੇਖੋ, ਰੈਕਟੈਂਗਲ ਦੀਆਂ ਸਾਰੀਆਂ ਬਾਉਂਡਰੀਜ਼ ਦਾ ਜੇ ਆਪਾਂ ਪਲੱਸ ਕਰੀਏ ਤਾਂ ਆਪਣੇ ਕੋਲ ਕੀ ਬਣੇਗਾ? ਲੈਂਥ ਪਲੱਸ ਬ੍ਰੈਥ ਪਲੱਸ ਲੈਂਥ ਪਲੱਸ ਬ੍ਰੈਥ। ਇਹੀ ਹੋ ਗਿਆ, ਕਿਉਂਕਿ ਦੋ ਸਾਈਡਸ ਤਾਂ ਇਕੁਅਲ ਹੋਣਗੀਆਂ। ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ? 2 ਇੰਟੂ ਲੈਂਥ ਪਲੱਸ ਬ੍ਰੈਥ। ਤਾਂ ਇਹ ਆਪਣੇ ਕੋਲ ਹੋ ਗਿਆ ਪੈਰਾਮੀਟਰ ਆਫ ਰੈਕਟੈਂਗਲ ਦਾ ਫਾਰਮੂਲਾ। ਤਾਂ ਪੈਰਾਮੀਟਰ ਆਫ ਰੈਕਟੈਂਗਲ ਕਿੰਨਾ ਹੋ ਗਿਆ? 2 ਇੰਟੂ ਲੈਂਥ ਪਲੱਸ ਬ੍ਰੈਥ। ਹੁਣ ਦੇਖੋ, ਆਪਾਂ ਨੂੰ ਲੈਂਥ ਪਤਾ ਹੈ 5x ਹੈ, ਠੀਕ ਹੈ, ਬ੍ਰੈਥ ਪਤਾ ਹੈ 4x ਹੈ। ਹੁਣ ਦੇਖੋ, ਇਹਨਾਂ ਨੇ ਕੀ ਕੀਤਾ ਹੈ? ਪੈਰਾਮੀਟਰ ਆਪਾਂ ਕੋਲ ਦਿੱਤਾ ਹੋਇਆ 72 ਮੀਟਰ, ਤਾਂ ਆਪਣੇ ਕੋਲ ਪੈਰਾਮੀਟਰ ਵੀ ਪਤਾ ਹੈ। ਤਾਂ ਹੁਣ ਦੇਖੋ, 72/2 ਇਜ਼ ਇਕੁਅਲ ਟੂ, ਇਸ ਨੂੰ ਜਦੋਂ ਆਪਾਂ ਪਲੱਸ ਕਰਾਂਗੇ ਤਾਂ ਆ ਗਿਆ 9x। ਤਾਂ 9 ਨਾਲ ਇਹਨੂੰ ਆਪਾਂ ਕੈਂਸਲ ਕਰਾਂਗੇ ਤਾਂ ਇਹ ਆ ਗਿਆ 8।
ठीक है। इसनों ਆਪਾਂ ਇਹਦੇ ਨਾਲ ਕੈਂਸਲ ਕਰਾਂਗੇ ਤਾਂ ਇਹ ਆ ਗਿਆ 4। ਤਾਂ ਆਪਣੇ ਕੋਲ x ਦੀ ਵੈਲਿਊ ਕਿੰਨੀ ਆ ਗਈ 4। ਹੁਣ ਇਹਨਾਂ ਨੇ ਕੀ ਪੁੱਛਿਆ ਹੋਇਆ ਸੀ ਲੈਂਥ। ਹੁਣ ਦੇਖੋ ਆਪਾਂ ਲੈਂਥ ਕੀ ਅਸਿਊਮ ਕੀਤੀ ਸੀ, ਆਪਾਂ ਲੈਂਥ ਅਸਿਊਮ ਕੀਤੀ ਸੀ 5x, ਕਿਉਂਕਿ ਇਸ ਦੇ ਵਿੱਚ ਰੇਸ਼ੋ ਕਿਹਦੀ ਦਿੱਤੀ ਹੋਈ ਸੀ ਲੈਂਥ ਤੇ ਬ੍ਰੈਥ ਦੀ। ਤਾਂ ਫਸਟ ਕੀ ਹੈ ਲੈਂਥ ਹੈ, ਤਾਂ 5x ਲੈਂਥ ਹੋ ਗਈ। ਆਪਾਂ ਨੇ ਲੈਂਥ ਫਾਈਂਡ ਕਰਨੀ ਹੈ 5 × x, ਤਾਂ x ਦੀ ਵੈਲਿਊ ਆਪਣੇ ਕੋਲ ਆ ਗਈ 4, ਤਾਂ ਇਹ ਆ ਗਈ 20 ਮੀਟਰ। ਤਾਂ ਇਸ ਆंसर ਆਏਗਾ A ऑप्शन 20 मीटर। नेक्स्ट क्वेश्चन है द साइड्स ऑफ रेक्टेंगुलर प्लॉट आर इन रेशो। अपन रेशो दी हुई है साइड्स की एंड इट्स एरिया दिता हुआ है तो अपन ने पैरामीटर फाइंड करना है। हुण देखो तुहानूं एरिया का फॉर्मूला भी पता है, पैरामीटर का फॉर्मूला भी पता है, तो तुहानूं ये भी पता है कि रेशो दी हो साइड्स की तो उन्होंने आपां किवें लैणे आ। तो ये क्वेश्चन तुसीं ईजीली सॉल्व कर सकते हो। तो तुसीं की करना है इस टाइम पे वीडियो पॉज करनी है तो इसका सोल्यूशन देखे बिना इसनूं अपने आप सॉल्व करने की कोशिश करनी है। ठीक है, चलो आप सॉल्व करते हैं क्वेश्चन। तो देखो इस दे विच की है, हुण अपने कोल एक रेक्टेंगल दी हुई है जिसकी साइड्स की रेशो है 3x ते 2x। हुण देखो नैक्सट की दिता होया एरिया दिता होया आपां नूं 600 स्क्वेयर मीटर। तो हुण एरिया आ गया अपने कोल लेंथ इंटू ब्रैथ। एरिया आ गया 600, लेंथ आ गई 3x, ब्रैथ आ गई 2x। ठीक है, तो इतों आप x की वैल्यू फाइंड कर सकते हैं। तो देखो 600 इज इक्वल टू 6x स्क्वेयर, तो x स्क्वेयर इज इक्वल टू कितना आ गया 100, क्योंकि 6 नाल 600 कैंसल हो गया तो 100 आ गया। तो x की वैल्यू कितनी आ गई 10। ठीक है, हुण इन्होंने पैरामीटर पूछा सी तो इस दे लई आपां नूं की है साइड्स पता होनी चाहिए। तो देखो अपने कोल लेंथ सी 3x, ब्रैथ सी 2x। ठीक है, तो हुण अपने कोल लेंथ कितनी आ गई 30 आ गई, क्योंकि x की वैल्यू 10 है। ब्रैथ अपने कोल कितनी आ गई 20, क्योंकि x की वैल्यू 10 है। 2 × 10 20 आ गया। तो हुण अपने कोल पैरामीटर का फॉर्मूला की हुंदा 2 × लेंथ प्लस ब्रैथ। तो इस दे विच आपां वैल्यूज़ फिल करांगे। तो देखो लेंथ कितनी है 30, ब्रैथ कितनी है 20। तो देखो 2 × 50, तो ये आ गया 100। तो यह मीटर दे विच सी, तो इस आंसर आएगा 100 मीटर, जो कि है बी ऑप्शन। नेक्स्ट है इफ लेंथ एंड पैरामीटर ऑफ द रेक्टेंगल आर इन रेशो। इस विच आपां नूं लेंथ ते पैरामीटर ऑफ रेक्टेंगल दी रेशो दी हुई है, then its length and breadth will be in what ratio। आपां नूं लेंथ ते पैरामीटर दी रेशो दी हुई है तो आपां ने लेंथ ते ब्रैथ दी रेशो फाइंड करनी है। तो देखो हुण आपां अज्यूम करते हैं जे अपने कोल लेंथ 5x है तो अपने कोल पैरामीटर कितना हो गया 20x। ठीक है, तो हुण देखो अपने कोल पैरामीटर का फॉर्मूला की हुंदा है, पैरामीटर इज इक्वल टू 2 × लेंथ प्लस ब्रैथ। ठीक है, पैरामीटर आपां नूं दिता होया है 20x, लेंथ अपने कोल कितनी आ गई 5x ते ब्रैथ आपां नूं पता नहीं। हुण देखो 20x इज इक्वल टू 10x प्लस 2 × b। तो इत्थों अपने कोल आ गया 10x, क्योंकि आप इसमें इधर ले जाएंगे तो माइनस हो जाएगा। ठीक है, 20 - 10 कितना हो गया 10x इज इक्वल टू 2b। तो इत्थों अपने कोल b की वैल्यू कितनी आ गई 5x। ठीक है, हुण अपने कोल l की वैल्यू आपको पता है 5x है, b की वैल्यू आपको पता लग गया 5x है, तो दोनों की रेशो कितनी होगी 5x/5x। तो हुण जो आप इनू कट्टांगे तो कितना आ जाएगा 1 ते 1। तो l रेशो b कितना आ गया 1:1। तो इस आंसर आया सी ऑप्शन 1:1। नेक्स्ट है इफ द एरिया ऑफ रेक्टेंगल बी, आपको एरिया दिता है रेक्टेंगल का पॉलीनोमियल की फॉर्म दे विच, देन वन ऑफ इट्स पॉसिबल पैरामीटर इज। हुण देखो एरिया अपने कोल की हुंदा है लेंथ इंटू ब्रैथ। मतलब जे आपां इहदे फैक्टर फाइंड कर लीए तो आपां नूं इसदी लेंथ ते ब्रैथ पता लग जाएगी। तो हुण आपां नूं एरिया दिता होया इन्होंने x² + 7x + 12। ठीक है, ये अपने कोल है एरिया। हुण देखो इसके फैक्टर आपां किवें फाइंड करांगे x² प्लस,
ਹੁਣ देखो किस तरह होएगा 3 ਤੇ 4 ਦੇ ਫੈਕਟਰ ਬਣ ਜਾਣਗੇ 3x + 4x + 12 x कॉमन आ गया x + 3 + 4 कॉमन आ गया x + 3 तो अपने को बन गया x + 4 ਤੇ x + 3 ਲੈਂਥ ਇਨਟੂ ਬ੍ਰੈਥ ਬਣ ਗਏ ਮਤਲਬ ਇਹਨਾਂ ਦੇ ਵਿੱਚੋਂ ਇੱਕ ਲੈਂਥ ਹੈ ਤੇ ਇੱਕ ਬ੍ਰੈਥ ਹੈ। ਹੁਣ ਆਪਾਂ ਐਜ਼ਿਊਮ ਕਰ ਲੈਂਦੇ ਹਾਂ ਕਿ ਆਪਣੇ ਕੋਲ ਲੈਂਥ ਹੈ x + 4 ਤੇ ਬ੍ਰੈਥ ਹੈ ਆਪਣੇ ਕੋਲ x + 3 ठीक है। तो ਹੁਣ ਇਹਨਾਂ ਨੇ ਕਿਹਾ then one of its possible parameter is a parameter ਕੀ ਹੋ ਸਕਦਾ ਹੈ ਤਾਂ ਦੇਖੋ ਪੈਰਾਮੀਟਰ ਦਾ ਆਪਣੇ ਕੋਲ ਫਾਰਮੂਲਾ ਹੁੰਦਾ ਹੈ 2 into length plus breadth। ਹੁਣ ਆਪਣੇ ਕੋਲ ਲੈਂਥ ਵੀ ਪਤਾ ਆਪਾਂ ਨੂੰ ਬ੍ਰੈਥ ਵੀ ਪਤਾ ਹੈ देखो 2 into length ਆਪਣੇ ਕੋਲ ਆ ਗਈ x + 4 ब्रैथ आ गई x + 3 2 into 2x + 7 तो ये आ गया 4x + 14 ठीक है। तो ये अपने को आ गया पैरामीटर जो कि है सी ऑप्शन। तो इसका आंसर आ गया सी ऑप्शन 4x + 14। नेक्स्ट है a circular wire is of radius 56 centimeter is bent in form of rectangle whose sides are in ratio of 3:2 the smaller size of rectangle is। देखो इस दे विच की है अपने कोल एक सर्कुलर वायर है ठीक है सर्कल दी फॉर्म दे विच एक वायर है ऑफ रेडियस 56 सेंटीमीटर इस दा रेडियस कितना है 56 सेंटीमीटर इज बेंड इन फॉर्म ऑफ रेक्टेंगल इसनूं आपां बेंड कर लिया इन फॉर्म ऑफ रेक्टेंगल ਜਦੋਂ ਆਪਾਂ ਉਸ ਨੂੰ ਰੈਕਟੈਂਗਲ ਦੀ ਫਾਰਮ ਦੇ ਵਿੱਚ ਬੈਂਡ ਕਰਾਂਗੇ ਤਾਂ ਉਸ ਦੀ ਸਾਈਡਸ ਦੀ ਰੇਸ਼ੋ ਕਿੰਨੀ ਹੈ 3:2 ਮਤਲਬ ਆਪਾਂ ਇਸ ਨੂੰ ਕੀ ਅਸਿਊਮ ਕਰ ਲਾਂਗੇ ਕਿ ਉਸ ਦੀ ਸਾਈਡਸ ਹੈ 3x ਤੇ 2x ਤਾਂ ਇਸ ਦੀ ਸਾਈਡਸ ਆ ਗਈਆਂ 3x ਤੇ 2x ਤਾਂ ਆਪਣੀ ਸਮਾਲਰ ਸਾਈਡ ਦੱਸਣੀ ਹੈ ਰੈਕਟੈਂਗਲ ਦੀ ਮਤਲਬ ਆਪਣੀ 2x ਦੀ ਵੈਲਿਊ ਫਾਈਂਡ ਕਰਨੀ ਹੈ। ਤਾਂ ਹੁਣ ਦੇਖੋ ਹੁਣ ਆਪਾਂ ਨੂੰ ਇਹਨਾਂ ਨੇ ਇਹ ਦਿੱਤਾ ਹੋਇਆ ਹੈ ਕਿ ਇਹ ਜਿਹੜੀ ਬਾਉਂਡਰੀ ਹੈ ਆਪਾਂ ਇਸ ਨੂੰ ਬੈਂਡ ਕਰ ਲਿਆ ਇਨ ਦ ਫਾਰਮ ਆਫ ਰੈਕਟੈਂਗਲ ਮਤਲਬ ਜੇ ਆਪਾਂ ਨੂੰ ਇਸ ਦੀ ਬਾਉਂਡਰੀ ਦੀ ਲੈਂਥ ਪਤਾ ਲੱਗ ਜੇ ਤਾਂ ਆਪਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਇਸ ਦਾ ਪੈਰਾਮੀਟਰ ਕਿੰਨੇ ਤੇ ਜੇ ਆਪਾਂ ਨੂੰ ਪੈਰਾਮੀਟਰ ਪਤਾ ਲੱਗ ਗਿਆ ਫਿਰ ਆਪਾਂ ਨੂੰ 2x ਦੀ ਵੈਲਿਊ ਪਤਾ ਲੱਗ ਜਾਏਗੀ। ਤਾਂ ਦੇਖੋ ਹੁਣ ਆਪਾਂ ਇਸ ਦੀ ਬਾਉਂਡਰੀ ਦੀ ਵੈਲਿਊ ਕਿਵੇਂ ਕੱਢਦੇ ਹਾਂ ਉਹ ਹੁੰਦਾ ਸਰਕਮਫਰੈਂਸ ਆਫ ਸਰਕਲ ਠੀਕ ਹੈ। ਸਰਕਮਫਰੈਂਸ ਆਫ ਸਰਕਲ ਆਪਣੇ ਕੋਲ ਕੀ ਫਾਰਮੂਲਾ ਹੁੰਦਾ 2πr r ਕੀ ਹੈ ਰੇਡੀਅਸ ਜੋ ਕਿ ਆਪਾਂ ਨੂੰ ਦਿੱਤਾ ਹੋਇਆ 2 into 22/7 r अपने को आ गया 56 तो हुण जदों आपां इस नूं इस नाल कैंसल करांगे तो ये आ गया 8 तो हुण जदों आपां इस नूं सॉल्व करांगे तो ये आएगा 352 ठीक है। हुण देखो जिहड़ा इहदा सर्कमफ्रेंस है मतलब जिहड़ी इस दी हुण अपने कोल सर्कमफ्रेंस मतलब अपने कोल आह वाली चीज़ फाइंड होगी ठीक है। तो हुण जे आह वाली चीज़ अपने कोल फाइंड होगी इसका मतलब की है कि यह रैक्टेंगल दे पैरामीटर दे इक्वल होएगी तो मतलब रैक्टेंगल का पैरामीटर कितना है 352 पैरामीटर इज इक्वल टू कि 2 into लेंथ प्लस ब्रैथ देखो 2 into लेंथ अपने को हैगी है 3x ब्रैथ अपने को हैगी है 2x 352 तो देखो कितना आया 10x आ गया 352 हुण देखो x की वैल्यू कितनी आ गई 35.2 बट इन्होंने आपको की क्या होया सी द स्मॉलर साइड ऑफ रैक्टेंगल इज अपने स्मॉलर साइड दसनी सी रैक्टेंगल दी तो स्मॉलर साइज की होगी 2x तो x की वैल्यू अपने को पता लग गया तो 2x कितना हो गया 2 into 35.2 जो कि हो गया 70.4 तो इसका आंसर आ गया ए ऑप्शन 70.4 सेंटीमीटर। नेक्स्ट है द ब्रेथ ऑफ अ रेक्टेंगुलर हॉल इज 2/3 ऑफ इट्स लेंथ अपन ब्रेथ दी हुई है एक रेक्टेंगुलर हॉल दी जो कि है 2/3 ऑफ इट्स लेंथ इफ द एरिया ऑफ द फ्लोर एरिया दिता हुआ अपन 216 स्क्वायर सेंटीमीटर then the difference between the length and breadth of hole देखो अपन की दिता हुआ है जो ब्रेथ है रेक्टेंगुलर हॉल दी वो 2/3 है उसकी लेंथ पे तो हुण आपां अज्यूम कर लैंदे आ कि जो लेंथ है वो x है तो अपने कोल ब्रेथ की नहीं होएगी 2/3 ऑफ इट्स लेंथ मतलब x ठीक है। लेंथ ते ब्रेथ आपां ने अज्यूम कर ली
ਆਪਾਂ ਨੂੰ ਏਰੀਆ ਕਿੰਨਾ ਦਿੱਤਾ ਹੋਇਆ ਹੈ, ਏਰੀਆ ਆਪਾਂ ਨੂੰ ਦਿੱਤਾ ਹੋਇਆ ਹੈ 216। ਹੁਣ ਆਪਾਂ ਨੂੰ ਪਤਾ ਹੈ ਕਿ ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ, ਏਰੀਆ ਇਜ਼ ਇਕੁਅਲ ਟੂ ਲੈਂਥ ਇਨਟੂ ਬ੍ਰੈਥ। ਏਰੀਆ ਆਪਣੇ ਕੋਲ ਦਿੱਤਾ ਹੋਇਆ 216, ਲੈਂਥ ਆਪਣੇ ਕੋਲ ਦਿੱਤੀ ਹੋਈ ਹੈ x ਤੇ ਬ੍ਰੈਥ ਹੈਗੀ ਹੈ 2/3x। ਹੁਣ ਦੇਖੋ ਆਪਾਂ ਇਸ ਨੂੰ ਸੋਲਵ ਕਰਾਂਗੇ ਤਾਂ ਜਦੋਂ ਆਪਾਂ 2 ਨੂੰ ਇਸ ਨਾਲ ਕੈਂਸਲ ਕਰਾਂਗੇ ਤਾਂ ਆਏਗਾ 108। ਤਾਂ 108 ਇੰਟੂ 3 ਇਜ਼ ਇਕੁਅਲ ਟੂ x ਸਕੁਏਅਰ। ਤਾਂ ਹੁਣ ਦੇਖੋ ਇਹ ਆ ਗਿਆ 324 ਇਜ਼ ਇਕੁਅਲ ਟੂ x ਸਕੁਏਅਰ। ਤਾਂ x ਦੀ ਵੈਲਿਊ ਕਿੰਨੀ ਆ ਗਈ, 324 ਦਾ ਰੂਟ। ਤਾਂ 324 ਦਾ ਰੂਟ ਕਿੰਨਾ ਹੁੰਦਾ ਹੈ, 18। ਠੀਕ ਹੈ, 18 ਸਕੁਏਅਰ ਇਜ਼ ਇਕੁਅਲ ਟੂ 324। ਤਾਂ x ਦੀ ਵੈਲਿਊ ਆਪਣੇ ਕੋਲ ਆ ਗਈ 18। ਹੁਣ ਆਪਾਂ ਨੂੰ ਇਹਨਾਂ ਨੇ ਕੀ ਪੁੱਛਿਆ ਹੋਇਆ ਸੀ, ਦੈਨ ਦ ਡਿਫਰੈਂਸ ਬਿਟਵੀਨ ਦ ਲੈਂਥ ਐਂਡ ਬ੍ਰੈਥ ਆਫ ਦ ਹੋਲ ਇਜ਼। ਆਪਾਂ ਨੇ ਲੈਂਥ ਤੇ ਬ੍ਰੈਥ ਦਾ ਡਿਫਰੈਂਸ ਦੱਸਣਾ ਹੈ। ਤਾਂ ਆਪਣੇ ਕੋਲ ਲੈਂਥ ਆ ਗਈ 18, ਬ੍ਰੈਥ ਆਪਣੇ ਕੋਲ ਆ ਗਈ 2/3 ਇੰਟੂ 18, ਮਤਲਬ ਇਹ ਕਿੰਨਾ ਆ ਗਿਆ 12। ਤਾਂ ਲੈਂਥ ਮਾਈਨਸ ਬ੍ਰੈਥ ਕਿੰਨਾ ਹੋ ਗਿਆ, 18 ਮਾਈਨਸ 12 ਜੋ ਕਿ ਆ ਗਿਆ 6 ਮੀਟਰ, ਜੋ कि है ए ऑप्शन। तो इसका आंसर आ गया 6 मीटर। नेक्स्ट है द लेंथ ऑफ प्लॉट इज 3 times of its breadth। A playground measures 225 meters, occupies half of total area of plot। What is breadth of plot is? देखो ਆਪਾਂ ਨੂੰ ਕੀ ਕਿਹਾ ਹੋਇਆ ਹੈ ਕਿ ਲੈਂਥ ਆਫ ਦਾ ਪਲਾਟ ਹੈ ਜੋ ਉਹ 3 ਟਾਈਮਸ ਹੈ ਬ੍ਰੈਥ ਤੇ। ਤਾਂ ਆਪਾਂ ਐਜ਼ਿਊਮ ਕਰ ਲੈਂਦੇ ਹਾਂ ਕਿ ਆਪਣੇ ਕੋਲ ਬ੍ਰੈਥ ਹੈ x, ਠੀਕ ਹੈ। ਤਾਂ ਲੈਂਥ ਕਿੰਨੀ ਹੋਗੀ, ਇਹਨਾਂ ਨੇ ਕਿਹਾ ਲੈਂਥ ਆਫ ਦਾ ਪਲਾਟ ਇਜ਼ 3 ਟਾਈਮਸ ਆਫ ਇਟਸ ਬ੍ਰੈਥ। ਤਾਂ ਆਪਣੇ ਕੋਲ ਲੈਂਥ ਹੋਗੀ 3x। ਅ ਪਲੇਗਰਾਊਂਡ measures 225 square meter, occupies half of its area of plot। ਹੁਣ ਦੇਖੋ ਇੱਕ ਪਲਾਟ ਹੈ, ਪਲਾਟ ਦੇ ਵਿੱਚ ਇੱਕ ਪਲੇਗਰਾਊਂਡ ਹੈ। ਇਹਨਾਂ ਨੇ ਕਿਹਾ ਕਿ ਜੋ ਪਲੇਗਰਾਊਂਡ ਹੈ ਉਹ ਸਾਰੇ ਪਲਾਟ ਦਾ ਹਾਫ ਹੈ ਤੇ ਪਲੇਗਰਾਊਂਡ ਦਾ ਏਰੀਆ ਕਿੰਨਾ ਦਿੱਤਾ ਹੋਇਆ ਹੈ 225। ਤਾਂ ਸਾਰੇ ਦਾ ਕਿੰਨਾ ਹੋ ਗਿਆ, ਕਿਉਂਕਿ ਇਹ ਹਾਫ ਹੈ ਤਾਂ ਸਾਰੇ ਦਾ ਕਿੰਨਾ ਹੋ ਗਿਆ, ਡਬਲ ਹੋ ਗਿਆ। ਤਾਂ ਸਾਰੇ ਦਾ ਏਰੀਆ ਕਿੰਨਾ ਹੋਏਗਾ, ਏਰੀਆ ਕਿੰਨਾ ਆ ਗਿਆ ਆਪਣੇ ਕੋਲ ਟੋਟਲ ਪਲਾਟ ਦਾ 225 ਇੰਟੂ 2 ਤੇ ਇਹ ਆ ਗਿਆ 450 ਸਕੁਏਅਰ ਮੀਟਰ। ਤਾਂ ਹੁਣ ਆਪਾਂ ਨੂੰ ਏਰੀਆ ਪਤਾ ਲੱਗ ਗਿਆ। ਤਾਂ ਦੇਖੋ ਏਰੀਆ ਦਾ ਆਪਣੇ ਕੋਲ ਫਾਰਮੂਲਾ ਹੁੰਦਾ ਹੈ ਲੈਂਥ ਇੰਟੂ ਬ੍ਰੈਥ। ਏਰੀਆ ਆਪਣੇ ਕੋਲ ਆ ਗਿਆ 450, ਲੈਂਥ ਹੈ 3x, ਬ੍ਰੈਥ ਹੈ x। ਤਾਂ ਹੁਣ ਜਦੋਂ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਤਾਂ ਇਹ ਆ ਗਿਆ 3x ਸਕੁਏਅਰ ਇਜ਼ ਇਕੁਅਲ ਟੂ 450। ਤਾਂ ਇੱਥੇ ਆਪਣੇ ਕੋਲ ਆ ਗਿਆ x ਸਕੁਏਅਰ ਇਜ਼ ਇਕੁਅਲ ਟੂ 150। x ਦੀ ਵੈਲਿਊ ਆਪਣੇ ਕੋਲ ਆ ਗਈ ਰੂਟ 150। ਤਾਂ ਇਹ ਕਿੰਨਾ ਆ ਗਿਆ 5√6। ਠੀਕ ਹੈ। ਤਾਂ ਹੁਣ ਇਹਨਾਂ ਨੇ ਕੀ ਪੁੱਛਿਆ ਹੋਇਆ ਸੀ, ਵਟ ਇਜ਼ ਬ੍ਰੈਥ ਆਫ ਪਲਾਟ ਇਜ਼। ਤਾਂ ਬ੍ਰੈਥ ਕਿੰਨੀ ਹੋ ਗਈ ਪਲਾਟ ਦੀ, ਆਪਾਂ ਨੇ ਬ੍ਰੈਥ ਕੀ ਅਸਿਊਮ ਕੀਤੀ ਸੀ ਪਲਾਟ ਦੀ x। ਤਾਂ x ਦੀ ਵੈਲਿਊ ਆਪਣੇ ਕੋਲ ਆ ਗਈ 5√6। ਤਾਂ ਇਸ ਦਾ ਆਂਸਰ ਆ ਗਿਆ A ਆਪਸ਼ਨ 5√6। नेक्स्ट है A took 20 seconds to cross a rectangular field diagonally, walking at rate of 54 meter per minute, and B took same time to cross the same field along its sides, walking at rate of 69 meter per minute। The area of field is। ਹੁਣ ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ ਹੈ, ਇੱਕ rectangular field ਹੈ। A ਕੀ ਕਰਦਾ ਹੈ, A took 20 seconds to cross a rectangular field diagonally, walking at rate of 54 meter per minute। ਹੁਣ ਦੇਖੋ diagonally A ਉਹਨੂੰ cross ਕਰ ਰਿਹਾ, ਠੀਕ ਹੈ। ਇਹ ਹੈ ਆਪਣੇ ਕੋਲ A, ਆਹ ਵਾਲੀ ਲਾਈਨ A ਆਪਣੇ ਕੋਲ ਇਸ ਨੂੰ diagonally cross ਕਰ ਰਿਹਾ ਹੈ, ਠੀਕ ਹੈ। ਇਹਦੀ ਸਪੀਡ ਕਿੰਨੀ ਦਿੱਤੀ ਹੋਈ ਹੈ ਆਪਾਂ ਨੂੰ 54 ਮੀਟਰ ਪਰ ਮਿੰਟ ਤੇ ਉਸ ਨੂੰ ਕਿੰਨਾ ਟਾਈਮ ਲੈ ਰਿਹਾ 20 ਸੈਕਿੰਡਸ। ਹੁਣ ਦੇਖੋ ਆਪਣੇ ਕੋਲ ਇਹ ਵਾਲਾ ਡਿਸਟੈਂਸ ਕਿਵੇਂ ਫਾਈਂਡ ਹੋਏਗਾ। ਆਪਣੇ ਕੋਲ ਦੇਖੋ ਡਿਸਟੈਂਸ ਦਾ ਫਾਰਮੂਲਾ ਕੀ ਹੁੰਦਾ ਹੈ, ਸਪੀਡ ਇਨਟੂ ਟਾਈਮ। ਹੁਣ ਆਪਾਂ ਨੂੰ ਸਪੀਡ ਦਿੱਤੀ ਹੋਈ ਹੈ 54 ਮੀਟਰ ਪਰ ਮਿੰਟ ਤੇ ਆਪਾਂ ਨੂੰ ਟਾਈਮ ਦਿੱਤਾ ਹੋਇਆ 20 ਸੈਕਿੰਡਸ।
ਹੁਣ ਟਾਈਮ ਆਪਾਂ ਨੂੰ ਜੋ ਦਿੱਤਾ ਹੋਇਆ 20 ਸੈਕਿੰਡਸ, ਇਸ ਤੋਂ ਆਪਾਂ ਮਿੰਟ ਦੇ ਵਿੱਚ ਕਨਵਰਟ ਕਰਾਂਗੇ ਕਿਉਂਕਿ ਆਪਣੇ ਕੋਲ ਜੋ ਸਪੀਡ ਦਿੱਤੀ ਹੋਈ ਹੈ ਉਹ ਮਿੰਟ ਦੇ ਵਿੱਚ ਦਿੱਤੀ ਹੋਈ ਹੈ, ਤੇ ਇਸ ਨੂੰ ਆਪਾਂ ਮਿੰਟ ਦੇ ਵਿੱਚ ਕਨਵਰਟ ਕਰਾਂਗੇ 20/60, ਤਾਂ ਇਹ ਆ ਗਿਆ 1/3 ਮਿੰਟ। ਤਾਂ ਆਪਣੇ ਕੋਲ ਡਿਸਟੈਂਸ ਦੇਖੋ ਕਿੰਨਾ ਆ ਗਿਆ, ਸਪੀਡ ਆਪਣੇ ਕੋਲ ਹੈ 54, ਟਾਈਮ ਆਪਣੇ ਕੋਲ ਹੈ 1/3, ਤਾਂ ਆਪਣੇ ਕੋਲ ਡਿਸਟੈਂਸ ਕਿੰਨਾ ਆ ਗਿਆ 18 ਮੀਟਰ। ਠੀਕ ਹੈ, ਆਪਣੇ ਕੋਲ ਡਿਸਟੈਂਸ ਆ ਗਿਆ, ਮਤਲਬ ਆਪਾਂ ਨੂੰ ਡਾਇਗਨਲ ਦੀ ਲੈਂਥ ਪਤਾ ਲੱਗ ਗਈ 18 ਮੀਟਰ। नेक्स्ट देखो, and B took same time to cross the same field along its sides walking at rate of 69 मीटर पर मिनट। देखो हुण तुसी ये ध्यान रखना है कि B ने सारी रेक्टेंगल नहीं क्रॉस करनी। देखो A ने इन्ना पोर्शन कंप्लीट किया है, इस कॉर्नर तो लैके इस कॉर्नर तक गया है, तो आपां B नूं भी इस कॉर्नर तो लैके इस कॉर्नर तक ही पहुंचाना है बाय साइड्स। तो अपने कोल B इस नाल जा रहा है, ठीक है, इस तरह जा रहे हैं, बी अपने को इस रस्ते जा रहे हैं, तो यह सेम टाइम ले रहे हैं, टाइम इन्ना ही है बट उसका वॉकिंग रेट की है 69 मीटर पर मिनट। तो अपने को आह टोटल डिस्टेंस कितना हो गया, देखो ये तो हो गया ए का डिस्टेंस, तो बी का डिस्टेंस अपने को कितना हो गया, ये भी आप करांगे स्पीड इनटू टाइम। तो स्पीड अपने को है 69, टाइम अपने को है 1/3 मिनट, क्योंकि इन्होंने कहा सी कि टाइम सेम लैंदा है जिन्ना ए लैंदा है। ठीक है, तो अपने को डिस्टेंस कितना आ गया इसका 23 मीटर। तो हुण देखो आह अपने को टोटल कितना आ गया 23 मीटर, यह अपने को आ गया 18 मीटर। तो अपने एरिया फाइंड करना है फील्ड का। तो देखो हुण आप एरिया किवें फाइंड करांगे फील्ड का। हुण देखो अपने को लेंथ प्लस ब्रैथ अपने को आ गई 23 मीटर, तो डायगनल अपने को आ गया 18 मीटर। तो हुण देखो जो तुसीं ध्यान नाल देखो तो यह अपने को राइट एंगल ट्रैंगल बन गई, यह अपने को आ गया 18, मतलब हाइपोटेन्यूज अपने को आ गया 18, तो लेंथ प्लस ब्रैथ अपने को आ गई, मतलब बेस तो हाइट अपने को आ गई 23 मीटर। तो हुण आप इस पाइथागोरस थ्योरम लगावांगे। तो देखो लेंथ स्केयर प्लस जो हुण आप इनू लेंथ मानते हैं, इनू ब्रैथ मानते हैं, तो लेंथ स्केयर प्लस ब्रैथ स्केयर इज इक्वल टू 18 स्केयर आ गया। तो लेंथ स्केयर प्लस ब्रैथ स्केयर इज इक्वल टू 324 आ गया। हुण देखो जे आप यह वाली स्टेटमेंट चक्कीए तो दोनों पासे स्केयर कर दिए, तो अपने को आ गया एल स्केयर प्लस बी स्केयर प्लस 2LB इज इक्वल टू 23 स्केयर करांगे, तो अपने को कितना आ गया 529। हुण देखो आपां नूं इस तो यह पता लग गया कि एल स्केयर प्लस बी स्केयर की वैल्यू कितनी है। तो हुण आप एल स्केयर प्लस बी स्केयर की वैल्यू इधर पुट कर देंगे, तो यह अपने को आ गया 324 प्लस 2 लेंथ इंटू ब्रैथ इज इक्वल टू 529। तो 2 लेंथ इंटू ब्रैथ अपने को कितनी आ गई 529 माइनस 324। देखो 2 लेंथ इंटू ब्रैथ इज इक्वल टू, हुण जो आप इन्हां दोनों माइनस करांगे तो यह अपने को आ गया 205। ठीक है, तो अपने को लेंथ इंटू ब्रैथ कितनी आ गई 205/2 102.5। तो यह अपने को लेंथ इंटू ब्रैथ आ गई। तो हुण देखो अपने की फाइंड करना सी एरिया ऑफ फील्ड। एरिया ऑफ फील्ड का कितना फॉर्मूला हुंदा लेंथ इंटू ब्रैथ, जो अपने को इतों कैलकुलेट होगी। तो इसका आंसर कितना आ गया 102.5 स्क्वायर मीटर। नेक्स्ट क्वेश्चन है, अ पाथ ऑफ यूनिफॉर्म विड्थ runs round the inside of rectangular field 40 meter long and 34 meter wide. If the path occupies 560 square meter, the width of the path is। तो देखो हुण आपां नूं इन्हां ने की किया होया है, अपने कोल एक रेक्टेंगुलर फील्ड है, ठीक है, एक ये 40 मीटर लॉन्ग है तो 34 मीटर वाइड है। एक पाथ है यूनिफॉर्म विड्थ का जो सारे पासे सेम विड्थ है जिसकी, तो एक पाथ जा रहा है, ठीक है, मतलब सारे पासे दी सेम विड्थ है, मतलब आह वाली चीज़ आह वाली चीज़ आह वाली चीज़ ते आह वाली चीज़ सारी सेम है, ठीक है।
ਇਫ ਦ ਪਾਥ ਆਕੂਪਾਈਜ਼ 560 ਸਕੁਅਰ ਮੀਟਰ। ਹੁਣ ਆਪਾਂ ਨੂੰ ਦੱਸਦਾ ਕਿ ਪਾਥ ਦਾ ਜੋ ਏਰੀਆ ਹੈ ਉਹ ਕਿੰਨਾ ਹੈ, ਇਸ ਦਾ ਏਰੀਆ ਕਿੰਨਾ ਹੈ 560 ਸਕੁਅਰ ਮੀਟਰ। ਠੀਕ ਹੈ। द विड्थ ऑफ द पाथ इज, ਆਪਾਂ ਨੇ ਪਾਥ ਦੀ ਵਿਡਥ ਫਾइंड ਕਰਨੀ ਹੈ। ਆਪਾਂ ਨੇ ਇਹ ਦੱਸਣਾ ਹੈ ਕਿ ਇਸ ਪਾਰਟ ਦੀ ਵਿਡਥ ਕਿੰਨੀ ਹੈ, ਮਤਲਬ ਆਪਾਂ ਨੇ ਆਹ ਵਾਲਾ ਡਿਸਟੈਂਸ ਫਾइंड ਕਰਨਾ ਹੈ। ਠੀਕ ਹੈ, ਆਹ ਵਾਲਾ ਡਿਸਟੈਂਸ। ਤਾਂ ਹੁਣ ਦੇਖੋ ਜੇ ਆਪਣੇ ਕੋਲ ਪੂਰਾ ਰੈਕਟੈਂਗੂਲਰ ਫੀਲਡ ਹੈ, ਠੀਕ ਹੈ, ਉਸ ਦਾ ਏਰੀਆ ਕਿੰਨਾ ਹੋਇਆ, ਏਰੀਆ ਆਫ ਰੈਕਟੈਂਗੂਲਰ ਫੀਲਡ ਆਪਣੇ ਕੋਲ ਕਿੰਨਾ ਹੋ ਗਿਆ 40 × 34। ਇਹ ਕਿੰਨਾ ਆ ਗਿਆ 1360 ਸਕੁਅਰ ਮੀਟਰ। ਠੀਕ ਹੈ। ਹੁਣ ਆਪਾਂ ਨੂੰ ਪਾਥ ਦਾ ਏਰੀਆ ਦਿੱਤਾ ਹੋਇਆ ਹੈ, ਏਰੀਆ ਆਫ ਪਾਥ ਆਪਾਂ ਨੂੰ ਦਿੱਤਾ ਹੋਇਆ ਹੈ ਕਿੰਨਾ, ਏਰੀਆ ਆਫ ਪਾਥ 560 ਸਕੁਅਰ ਮੀਟਰ। ਠੀਕ ਹੈ। ਹੁਣ ਦੇਖੋ ਨੈਕਸਟ ਕੀ ਹੈ, ਆਪਾਂ ਨੂੰ ਜੇ ਰੈਕਟੈਂਗੂਲਰ ਫੀਲਡ ਦਾ ਏਰੀਆ ਪਤਾ ਲੱਗ ਗਿਆ, ਏਰੀਆ ਆਫ ਪਾਥ ਪਤਾ ਲੱਗ ਗਿਆ, ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਾਂ ਵਿਚਾਲੇ ਵਾਲੇ ਦਾ ਏਰੀਆ ਕੱਢ ਸਕਦੇ ਹਾਂ। ਠੀਕ ਹੈ। ਤਾਂ ਏਰੀਆ ਆਪਣੇ ਕੋਲ ਇਹਦਾ ਕਿੰਨਾ ਆ ਗਿਆ, ਦੋਨੋਂ ਦਾ ਮਾਈਨਸ ਕਰਕੇ ਆਪਾਂ ਨੂੰ ਪਤਾ ਲੱਗ ਜਾਏਗਾ। ਠੀਕ ਹੈ। ਏਰੀਆ ਵਿੱਚ ਵਾਲੇ ਦਾ ਏਰੀਆ ਪਤਾ ਲੱਗ ਗਿਆ ਆਪਣੇ ਕੋਲ, ਇਹ ਕਿੰਨਾ ਆ ਗਿਆ 800 ਸਕੁਅਰ ਮੀਟਰ। ਠੀਕ ਹੈ। ਹੁਣ ਦੇਖੋ, ਹੁਣ ਤੁਸੀਂ ਇੱਕ ਵਾਰੀ ਇਸ ਨੂੰ ਭੁੱਲ ਜਾਓ ਜਿਹੜਾ ਆਪਾਂ ਆਹ ਕੀਤਾ। ਹੁਣ ਦੇਖੋ ਜੇ ਆਪਾਂ ਮੰਨ ਲਈਏ ਕਿ ਇਹ ਆਪਣੇ ਕੋਲ x ਹੈ, ਠੀਕ ਹੈ, ਤਾਂ ਇਹ ਵੀ ਆਪਣੇ ਕੋਲ x ਹੋਏਗਾ। ਤਾਂ ਇਸ ਦੀ ਦੇਖੋ ਹੁਣ ਜੇ ਇਹ x ਕੱਢਤਾ, ਇਹ x ਕੱਢਤਾ, ਤਾਂ ਆਪਣੇ ਕੋਲ ਇਸ ਦੀ ਕਿੰਨੀ ਹੋ ਗਈ ਲੈਂਥ 40 - 2x ਹੋ ਗਈ। ਠੀਕ ਹੈ, ਇਸ ਦੀ ਲੈਂਥ 40 - 2x ਹੋ ਗਈ। ਉਸੇ ਤਰ੍ਹਾਂ ਇਹ ਇਸ ਦੀ ਬ੍ਰੈਥ ਕਿੰਨੀ ਹੋ ਗਈ 34 - 2x। ਠੀਕ ਹੈ। ਤਾਂ ਹੁਣ ਦੇਖੋ ਜੇ ਆਪਾਂ ਇਸਦਾ ਏਰੀਆ ਫਾइंड ਕਰਨਾ ਹੋਵੇ ਤਾਂ ਆਪਾਂ ਇਹ ਲਿਖ ਸਕਦੇ ਹਾਂ ਕਿ 40 - 2x × 34 - 2x ਇਜ਼ ਇਕੁਅਲ ਟੂ 800। ਠੀਕ ਹੈ, ਕਿਉਂਕਿ 800 ਆਪਾਂ ਨੂੰ ਇੱਧਰੋਂ ਪਤਾ ਲੱਗ ਗਿਆ ਸੀ। ਤਾਂ ਇਸ ਨੂੰ ਤੁਸੀਂ ਸੋਲਵ ਕਰ ਲੈਣਾ ਹੈ। ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਆਪਣੇ ਕੋਲ x ਦੀਆਂ ਦੋ ਵੈਲਿਊਜ਼ ਆਉਣਗੀਆਂ। ਇੱਕ ਤਾਂ ਆਪਣੇ ਕੋਲ x ਦੀ ਵੈਲਿਊ ਆਏਗੀ 35 ਤੇ ਇੱਕ ਆਪਣੇ ਕੋਲ ਹੈਗੀ x ਦੀ ਵੈਲਿਊ 4। ਹੁਣ ਦੇਖੋ x ਦੀ ਵੈਲਿਊ 35 ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਟੋਟਲ ਹੈਗੀ ਹੈ 34, ਉਸ ਦੇ ਵਿੱਚੋਂ ਇਕੁਅਲ ਡਿਸਟੈਂਸ ਦੀ ਇੱਧਰ ਹੋਣੀ ਚਾਹੀਦੀ ਹੈ, ਇੱਧਰ ਹੋਣੀ ਚਾਹੀਦੀ ਹੈ। ਤਾਂ ਇਸ ਦੇ ਵਿੱਚੋਂ ਆਪਾਂ ਇਹ ਕਿਵੇਂ ਕਹਿ ਦਾਂਗੇ ਕਿ 35 ਇੱਧਰ ਨਿਕਲ ਗਿਆ, 35 ਇੱਧਰ ਨਿਕਲ ਗਿਆ, ਤਾਂ ਆਹ ਵਾਲੀ ਵੈਲਿਊ ਤਾਂ ਪੋਸੀਬਲ ਹੀ ਨਹੀਂ ਹੈ। ਠੀਕ ਹੈ, ਆਹ ਵਾਲੀ ਵੈਲਿਊ ਤਾਂ ਪੋਸੀਬਲ ਹੀ ਨਹੀਂ ਹੈ। ਬਚਿਆ x ਇਜ਼ ਇਕੁਅਲ ਟੂ 4। ਠੀਕ ਹੈ। ਤਾਂ ਆਪਣੇ ਕੋਲ ਇਹਨਾਂ ਨੇ ਕੀ ਕਿਹਾ ਸੀ ਕਿ ਵਿਡਥ ਆਫ ਦਾ ਪਾਥ ਫਾइंड ਕਰਨੀ ਹੈ, ਤਾਂ ਆਪਣੇ ਕੋਲ x ਦੀ ਵੈਲਿਊ ਆ ਗਈ 4। ਤਾਂ ਇਸ ਦਾ ਆਨਸਰ ਆਏਗਾ B ਆਪਸ਼ਨ 4 ਮੀਟਰ। ठीक है। तो इस नाल अपना मेजरेशन ऑफ रेक्टेंगल का चैप्टर कंप्लीट होंदा है। मेजरेशन ऑफ रेक्टेंगल के हर टाइप के क्वेश्चन इस वीडियो में कवर हो चुके हैं। हुण तुसीं कोई भी मैथ की बुक दे विचों इन्हां क्वेश्चन की प्रैक्टिस कर सकते हो। जेकर तुहानूं इन्हां क्वेश्चन दे विच कुछ भी प्रॉब्लम आती है तो तुसीं मैनूं कमेंट्स दे विच पूछ सकते हो या तुसीं मैनूं मेल भी कर सकते हो। ईमेल ID डिस्क्रिप्शन बॉक्स दे विच दित्ती हुई है। इस वीडियो विच इन्ना ही। हुण आपां मिलदे हां नैक्सट वीडियो विच। नैक्सट वीडियो विच आपां मेजरेशन ऑफ स्केयर्स के क्वेश्चनस करांगे। जेकर तुहानूं ये वीडियोस पसंद आन तां इन्हां नूं लाइक ते शेयर करना ना भुल्लिओ। ते जेकर तुसीं साडे चैनल दी स्टडी मीटर नूं हजे तक सबसक्राइब नहीं कीता तां सबसक्राइब करो अते नाल ही बैल आइकन है उसनूं जरूर दबाओ तां कि तुहानूं लेटेस्ट वीडियोस दी नोटिफिकेशनस मिलदियां रहन। थैंक यू।